ਇਹ ਜਿਹੜਾ ਦਸਤਾਰ ਬਿੱਲ ਜਦੋਂ ਸਟੇਟ ਸੈਨੇਟ ਦੇ ਵਿੱਚ ਪੇਸ਼ ਹੋਇਆ ਬਿੱਲ ਔਰ ਸੈਨੇਟ ਦੇ ਵਿੱਚ 36 ਸੈਨੇਟਰ ਨੇ ਕਨੈਕਟਿਕਟ ਸਟੇਟ ਦੇ 36 ਚੋਂ 35 ਸੈਨੇਟਰਸ ਨੇ ਇਸ ਦੇ ਹੱਕ 'ਚ ਵੋਟ ਪਾਈ। ਸੈਨੇਟ ਦੇ ਵਿੱਚ ਤਾਂ ਫਿਰ ਵੀ ਇੱਕ ਪਤਾ ਨਹੀਂ ਉਹਨੇ ਕਿਉਂ ਵਿਰੋਧ ਵੋਟ ਪਾਈ, ਉਹਦੇ ਕੋਲ ਆਪਣੇ ਰੀਜ਼ਨ ਹੋਣਗੇ, ਲੇਕਿਨ ਸਟੇਟ ਅਸੈਂਬਲੀ ਦੇ ਵਿੱਚ ਕਨੈਕਟਿਕਟ ਦੇ ਵਿੱਚ ਯੂਨੈਨੀਮਸਲੀ ਕੱਲ ਇਹ ਬਿੱਲ ਜਿਹੜਾ ਹੈ ਉਹ ਪਾਸ ਹੋਇਆ। ਤੇ ਉਸ ਵੇਲੇ ਹੋਇਆ ਜਦੋਂ ਕਿ ਰਣਧੀਰ ਜੈਸਵਾਲ ਉੱਥੇ ਜਾ ਕੇ ਜਿਹੜਾ ਉਹ ਆਪਣਾ ਅੰਦਰਲਾ ਜ਼ਹਿਰ ਦੱਸ ਰਿਹਾ ਸੀ ਸਪੀਕਰ ਨੂੰ ਔਰ ਦੂਸਰੇ ਨੂੰ, ਉਹ ਪ੍ਰਿਜ਼ਾਈਡ ਕਰ ਰਹੇ ਸੀ। The Sikh religion requires adherents to keep their head covered. This bill allows Sikhs to wear the turban as part of their uniform. ਉਹਨਾਂ ਨੂੰ ਮੌਕਾ ਦਿੱਤਾ ਜਾਏ ਕਿ ਉਹ ਆਪਣੀ ਸਟੇਟ, ਆਪਣੇ ਸ਼ਹਿਰ, ਆਪਣੇ ਮੁਲਕ ਨੂੰ ਸਰਵ ਕਰਨ। ਉਹਨਾਂ ਨੂੰ ਇਸ ਲਈ ਮਜਬੂਰ ਨਾ ਕੀਤਾ ਜਾਏ ਕਿ ਉਹ ਆਪਣੇ ਧਰਮ ਦੀਆਂ ਪਾਬੰਦੀਆਂ ਛੱਡਣ। ਸਟੇਟ ਆਫ ਕਨੈਕਟਿਕਟ ਨੇ ਪੈਨਸਿਲਵੇਨੀਆ ਔਰ ਨਿਊ ਜਰਸੀ ਵਾਂਗ ਨਵੰਬਰ 80 ਸਿੱਖਾਂ ਦੀ ਪੀੜ ਨੂੰ ਸਮਝਿਆ ਔਰ ਨਵੰਬਰ ਨੂੰ ਜਿਹੜਾ ਉਹਨਾਂ ਨੇ ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ ਦੇ ਤੌਰ ਤੇ 1 ਨਵੰਬਰ ਨੂੰ ਰੈਕਗਨਾਈਜ਼ ਕੀਤਾ। अस्सलामुअलैकुम आदाब वर्ष महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਅੱਜ 4 ਮਈ 2022 21 ਵਿਸਾਖ ਨਾਨਕ ਸ਼ਾਹੀ ਸਮਤ 554 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਕੇ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਲਗਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ ਕੁਲਵੰਤ ਸਿੰਘ ਖਹਿਰਾ ਜੀ ਵੱਲੋਂ। ਸੋਨਾ ਸੁਨੇਹਾ ਭੇਜਿਆ ਹੈ ਕਿ ਅੱਜ ਮੀਡੀਆ ਦੇ ਜ਼ਮਾਨੇ ਵਿੱਚ ਸਟੇਟ ਵੱਲੋਂ ਆਪਣੇ ਨਾਲ ਸਹਿਮਤ ਨਾ ਹੋਣ ਵਾਲੇ ਅਦਾਰਿਆਂ ਤੇ ਸਖਤ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ ਔਰ ਕੌਮ ਨੂੰ ਇਹ ਗੱਲ ਸਪਸ਼ਟ ਹੋਣੀ ਚਾਹੀਦੀ ਹੈ ਕਿ ਸਾਡੀ ਜਿਹੜੀ ਆਵਾਜ਼ ਹੈ ਚੱਕਣ ਵਾਲੇ ਅਦਾਰਿਆਂ ਨਾਲ ਤਨੂ ਮਨੂ ਧਨੂ ਖੜਨਾ ਸਾਡਾ ਫਰਜ਼ ਹੈ। ਜੇ ਅਸੀਂ ਆਵਾਜ਼ ਹੀ ਦੱਬ ਦਿੱਤੀ ਗਈ ਤਾਂ ਹੋਰ ਕੀ ਕਰ ਸਕਾਂਗੇ। ਸੋ ਪੰਥਕ ਨਜ਼ਰੀਆ ਬੁਲੰਦ ਕਰਨ ਲਈ ਟੀਵੀ 84 ਦੀ ਸਮੁੱਚੀ ਟੀਮ ਦਾ ਧੰਨਵਾਦ। ਆਓ ਟੀਵੀ 84 ਦੇ ਹੱਥ ਮਜ਼ਬੂਤ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਕੁਲਵੰਤ ਸਿੰਘ ਖਹਿਰਾ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਇਸ ਦੇ ਨਾਲ ਕਨੈਕਟਿਕਟ ਦੀ ਜਿਹੜੀ ਸਟੇਟ ਨੇ ਸਿੱਖ ਕੌਮ ਨੂੰ ਇੱਕ ਹੋਰ ਜਿਹੜਾ ਤੋਹਫਾ ਦਿੱਤਾ ਹੈ ਜਿਹੜੀ ਕਿ ਸਿੱਖਾਂ ਲਈ ਬੜੇ ਹੀ ਮਾਣ ਤੇ ਸਤਿਕਾਰ ਵਾਲੀ ਜਿਹੜੀ ਗੱਲ ਹੈ। ਕਨੈਕਟਿਕਟ ਅਸੈਂਬਲੀ ਨੇ ਸਟੇਟ ਦੀ ਪੁਲਿਸ ਫੋਰਸ ਵਿੱਚ ਸਿੱਖਾਂ ਨੂੰ ਦਸਤਾਰ ਨਾਲ ਨੌਕਰੀ ਕਰਨ ਦੀ ਜਿਹੜੀ ਇਜਾਜ਼ਤ ਦੇਣ ਦਾ ਜਿਹੜਾ ਬਿੱਲ ਹੈ ਉਹ ਪਾਸ ਕਰ ਦਿੱਤਾ ਹੈ ਔਰ ਅਸੈਂਬਲੀ ਵਿੱਚ ਜਦੋਂ ਕਿ ਬਿੱਲ ਪਾਸ ਕੀਤਾ ਜਾ ਰਿਹਾ ਸੀ ਤਾਂ ਭਾਰਤ ਦਾ ਨਿਊਯਾਰਕ ਵਿਚਲਾ ਕੌਂਸਲੇਟ ਰਾਜਧਾਨੀ ਹਾਰਟਫੋਰਡ ਵਿੱਚ ਸਿੱਖਾਂ ਦੇ ਖਿਲਾਫ ਆਵਾਤਾਵਾ ਜਿਹੜਾ ਬੋਲ ਰਿਹਾ ਸੀ। ਵਿਊਅਰਸ, ਸੋ ਯਾਦ ਰਹੇ ਕਨੈਕਟਿਕਟ ਅਸੈਂਬਲੀ ਨੇ 29 ਅਪ੍ਰੈਲ ਨੂੰ ਸਿੱਖ ਆਜ਼ਾਦੀ ਦਿਵਸ ਵਜੋਂ ਮਾਨਤਾ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਕੁਲਵੰਤ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਇਹ ਸਾਰੇ ਹੀ ਵੀਰ ਕੁਲਵੰਤ ਸਿੰਘ, ਗੁਰਬਚਨ ਸਿੰਘ ਰਾਣਾ, ਗੁਲਵਿੰਦਰ ਸਿੰਘ ਪਿੰਦਾ, ਕੁਲਜੀਤ ਸਿੰਘ
ਰਿੰਪਲ, ਰਵਿੰਦਰ ਸਿੰਘ ਰਿੰਪੀ, ਇਹ ਸਾਡੇ ਜਦੋਂ ਬਿਲਕੁਲ ਇਹ ਤਾਂ ਜੇ ਯੰਗ ਛੋਟੇ ਸਨ ਉਦੋਂ ਤੋਂ ਸਾਥੀ ਨੇ। ਪਿਛਲੇ ਲਗਭਗ 30 ਸਾਲ ਤੋਂ ਇਹ ਸਾਡੀ ਇੱਕ ਕਲੋਜ਼ ਵੈਲ ਨਿਟ ਟੀਮ ਹੈ ਜੀ। ਜਥੇਬੰਦੀਆਂ ਦੇ ਵਿੱਚ ਕਈ ਉਤਰਾਅ ਚੜ੍ਹਾਅ ਆਉਂਦੇ ਨੇ, ਕਈ ਸਾਥੀ ਜਿਹੜੇ ਹੁੰਦੇ ਨੇ ਉਹੀ ਤੁਹਾਡੇ ਵਿਰੋਧ 'ਚ ਖਲੋਂਦੇ ਨੇ, ਪਰ ਇਹਨਾਂ ਨੇ ਪੂਰੀ ਲਾਇਲਟੀ ਦੇ ਨਾਲ, ਕਿਉਂਕਿ ਪੰਥ ਨੂੰ ਸਮਰਪਿਤ ਵੀਰ ਨੇ ਔਰ ਪੂਰੇ ਪਿੱਛੋਂ ਵੀ ਕੋਈ ਫੈਡਰੇਸ਼ਨ 'ਚ ਐਕਟਿਵ ਸੀ, ਕੋਈ ਅਦਰਵਾਈਜ਼ ਪਰਿਵਾਰ ਜਿਹੜੇ ਨੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਮੈਂਬਰ ਖਾਲਿਸਤਾਨੀ ਸੰਘਰਸ਼ ਦੇ ਯੋਧਿਆਂ ਨਾਲ ਸੰਬੰਧਿਤ ਸੀ। ਸੋ ਉਸ ਸਾਰੇ ਦਾ ਨਤੀਜਾ ਹੈ ਕਿ ਸਾਨੂੰ ਜਦੋਂ ਅਸੀਂ ਕੈਲੀਫੋਰਨੀਆ ਦੀ ਗੱਲ ਕਰਦੇ ਹਾਂ ਤਾਂ ਮਾਣ ਮਹਿਸੂਸ ਹੁੰਦਾ ਹੈ ਕਿ ਇਹਨਾਂ ਨੂੰ, ਜਿਵੇਂ ਪੰਜਾਬੀ 'ਚ ਕਹਿੰਦੇ ਨੇ, ਕਾਂ ਹੱਥ ਸੁਨੇਹਾ ਭੇਜਣਾ, ਕਿ ਜੇ ਕਾਂ ਹੱਥ ਵੀ ਸੁਨੇਹਾ ਭੇਜ ਦਈਏ ਤਾਂ ਜੋ ਵੀ ਇਸ਼ੂ ਹੁੰਦਾ ਉਹ ਰਿਜ਼ੋਲਵ ਹੁੰਦਾ। ਅਸੀਂ TV 84 ਔਰ ਤੁਸੀਂ ਵੀ ਨਾਲ ਸੀ ਜਦੋਂ ਅਸੀਂ 17 ਅਪ੍ਰੈਲ ਦਾ ਸਟਾਕਟਨ ਦਾ ਨਗਰ ਕੀਰਤਨ ਕਵਰ ਕੀਤਾ। ਉਦੋਂ ਇਹ ਸਾਰੀ ਟੀਮ ਨੇ ਇਹ ਸਾਰਿਆਂ ਨੂੰ ਸਪਾਂਸਰ ਵੀ ਕੀਤਾ ਸਾਡੇ ਉਸ ਸਾਰੇ ਨੂੰ, ਕਿਉਂਕਿ ਇੱਕ ਵੱਡੇ ਖਰਚੇ ਵਾਲਾ ਪ੍ਰੋਜੈਕਟ ਹੁੰਦਾ। ਔਰ ਹੁਣ ਵੀ ਜਿਹੜਾ ਇੱਕ ਫਰੀडम ਮਾਰਚ, ਬੇਸ਼ੱਕ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਦੇ ਤੌਰ ਤੇ ਇਸ ਦੀ ਸ਼ੁਰੂਆਤ ਹੋਈ ਸੀ ਸੈਨ ਫਰਾਂਸਿਸਕੋ, ਪਰ 4 ਜੂਨ ਨੂੰ ਸਮੁੱਚੇ ਬੇ ਏਰੀਏ ਤੋਂ ਲੈ ਕੇ ਸਾਊਥ ਕੈਲੀਫੋਰਨੀਆ ਤੱਕ ਦੇ ਗੁਰਦੁਆਰੇ ਸਾਂਝੇ ਤੌਰ ਦੇ ਉੱਤੇ ਇੱਕ ਵੱਡਾ ਮਾਰਚ ਸੈਨ ਫਰਾਂਸਿਸਕੋ, ਜਿਹੜੀ ਕਮਰਸ਼ੀਅਲ ਕੈਪੀਟਲ ਹੈ ਕੈਲੀਫੋਰਨੀਆ ਦੀ, ਉਸ ਨੂੰ ਆਰਗੇਨਾਈਜ਼ ਕਰਦੇ ਨੇ। ਔਰ ਉਹ 4 ਜੂਨ ਦਾ ਦਿਨ ਉਹਨਾਂ ਨੇ ਰੱਖਿਆ, ਅਸੀਂ ਉਸ ਦੇ ਵਿੱਚ ਵੀ ਪਾਰਟਿਸਿਪੇਟ ਕਰਾਂਗੇ। ਔਰ ਮੈਂ ਸਮਝਦਾ ਵੀ ਵੀਰ ਕੁਲਵੰਤ ਸਿੰਘ ਔਰ ਇਹ ਸਾਰੀ ਟੀਮ ਬਹੁਤ ਚੰਗੀ ਤਰ੍ਹਾਂ ਦੁਸ਼ਮਣ ਨੂੰ ਸਮਝਦੇ ਨੇ। ਜਦੋਂ ਅਸੀਂ 30-35 ਸਾਲ ਦੇ ਸਫ਼ਰ ਦੀ ਗੱਲ ਕਰਦੇ ਹਾਂ ਤਾਂ ਫਿਰ ਦੁਸ਼ਮਣ ਦੇ ਹੱਥ ਕੰਡਿਆਂ ਨੂੰ ਇਹਨਾਂ ਤੋਂ ਬਿਹਤਰ ਕੋਈ ਨਹੀਂ ਸਮਝਦਾ, ਕੋਈ ਨਹੀਂ ਜਾਣਦਾ। ਇਸ ਲਈ TV 84 ਦੀ ਅਹਿਮੀਅਤ ਨੂੰ ਵੀ ਇਹ ਵੀਰ ਸਮਝਦੇ ਨੇ ਕਿ ਕਿਵੇਂ ਜੇ ਪ੍ਰਿੰਟ ਮੀਡੀਆ ਸੀ ਤੇ ਚੜ੍ਹਦੀ ਕਲਾ ਇੰਟਰਨੈਸ਼ਨਲ ਨੇ ਆਪਣਾ ਇੱਕ ਪੂਰਾ ਰੋਲ ਅਦਾ ਕੀਤਾ ਉਸ ਪੀਰੀਅਡ 'ਚ, ਭਾਵੇਂ 7-8 ਅਖਬਾਰਾਂ ਪ੍ਰੋ ਇੰਡੀਆ, ਇੰਡੋ ਕੈਨੇਡੀਅਨ ਟਾਈਮਸ ਤੋਂ ਲੈ ਕੇ ਔਰ ਹੋਰ ਵੀ ਖੜੀਆਂ ਕੀਤੀਆਂ ਗਈਆਂ। ਫਿਰ ਮੁਫਤ ਦੀਆਂ ਅਖਬਾਰਾਂ ਦਾ ਵਕਤ ਆਇਆ, ਲੇਕਿਨ ਜਿਹੜਾ ਚੜ੍ਹਦੀ ਕਲਾ ਦਾ ਇੱਕ ਆਪਣਾ ਰੋਲ ਰਿਹਾ। ਕੋਵਿਡ ਤੋਂ ਬਾਅਦ ਉਹ ਹੁਣ ਆਨਲਾਈਨ ਹੀ ਹੈ, ਅਦਰਵਾਈਜ਼ ਪ੍ਰਿੰਟ ਐਡੀਸ਼ਨ ਨਹੀਂ ਹੈ। ਤੇ ਵੈਸੇ ਵੀ ਹੁਣ ਇਲੈਕਟ੍ਰੋਨਿਕਸ ਮੀਡੀਆ ਦਾ ਜ਼ਮਾਨਾ ਹੈ ਔਰ ਜ਼ਾਹਰ ਹੈ ਸੋਸ਼ਲ ਮੀਡੀਆ ਦੇ ਨਾਲ ਵੀ ਹਰ ਜਿਹੜਾ ਚੈਨਲ ਹੈ ਉਹੀ ਕਾਮਯਾਬ ਹੈ ਜਿਹੜਾ ਸੋਸ਼ਲ ਮੀਡੀਆ ਤੇ ਵੀ, YouTube, Facebook ਤੇ ਵੀ ਨਾਲ ਚੱਲਦਾ। ਸਾਡੇ ਤੇ ਬਹੁਤ ਸਾਰੀਆਂ ਰੈਸਟ੍ਰਿਕਸ਼ਨਸ ਨੇ, ਇਸ ਲਈ ਜਿਹੜੀਆਂ ਨੇ ਸਾਡੀਆਂ ਵੀਡੀਓਜ਼ ਜਾਂ ਪ੍ਰੈਜੈਂਟੇਸ਼ਨਸ ਕਿਤੇ ਨਾ ਕਿਤੇ ਕਰਟੇਲ ਹੁੰਦੀਆਂ ਨੇ, ਪਰ ਫਿਰ ਵੀ ਸਾਡੀ ਪਹੁੰਚ ਗਲੋਬਲ ਹੈ ਔਰ ਗਲੋਬਲ ਸਾਡੀ ਵਿਊਅਰਸ਼ਿਪ ਹੈ। ਔਰ ਅਸੀਂ ਵੀਰ ਕੁਲਵੰਤ ਸਿੰਘ ਔਰ ਆਪਣੀ ਸਮੁੱਚੀ ਇਸ ਟੀਮ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਪੂਰੀ ਵਫਾਦਾਰੀ ਦੇ ਨਾਲ ਔਰ ਪੂਰੇ ਆਪਣੇ ਪਰਿਵਾਰਕ ਰੁਝੇਵਿਆਂ ਦੇ ਬਾਵਜੂਦ, ਪਰਿਵਾਰਕ ਜਦੋਂ ਬੱਚੇ ਗਰੋ ਹੋ ਰਹੇ ਹੁੰਦੇ ਨੇ, ਬਹੁਤ ਸਾਰੀਆਂ ਜਿਹੜੀਆਂ ਨੇ ਉਹ ਕੰਪਲਸ਼ਨਸ ਵੀ ਹੁੰਦੀਆਂ ਨੇ, ਲੇਕਿਨ ਜਦੋਂ ਅਸੀਂ ਅਰਾਊਂਡ ਹੁੰਦੇ ਹਾਂ ਫਿਰ ਇਹ ਸਾਰਿਆਂ ਨੂੰ ਲੱਗ ਰਿਹਾ ਹੁੰਦਾ ਹੈ ਕਿ ਭਾਈ ਹੁਣ ਇਹ ਵਕਤ ਪੰਥ ਨੂੰ ਸਮਰਪਿਤ ਹੈ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਵੈਸੇ ਜਦੋਂ ਅਸੀਂ ਪੰਜਾਬੀ ਵਿਜ਼ਡਮ ਦੀ ਗੱਲ ਕਰਦੇ ਹਾਂ ਤੇ ਕਈ ਲਫ਼ਜ਼, ਜਿਵੇਂ ਅਸੀਂ ਤਾਂ ਬੇਸ਼ੱਕ ਮਿਰਗੀ ਦੇ ਦੌਰੇ ਦੀ ਗੱਲ ਕੀਤੀ ਸੀ ਜਦੋਂ ਕਿ ਕਨੈਟੀਕਟ ਸਟੇਟ ਅਸੈਂਬਲੀ ਨੇ 29 ਅਪ੍ਰੈਲ ਨੂੰ ਖਾਲਿਸਤਾਨ ਡੇ ਵਜੋਂ, ਸਿੱਖ ਇੰਡੀਪੈਂਡੈਂਸ ਡੇ ਵਜੋਂ ਜਿਹੜਾ ਉਹ ਮਾਨਤਾ ਦਿੱਤੀ। ਔਰ ਉਸ ਦੀਆਂ ਫਿਰ ਮੀਡੀਆ 'ਚ, ਜਿਵੇਂ ਇੱਕ ਸਿੱਖ ਪਰਸਪੈਕਟਿਵ ਪਬਲੀਕੇਸ਼ਨ ਹੈ, ਉਹਨਾਂ ਨੇ ਇੰਡੀਅਨ ਔਰ ਇੰਡੀਆਜ਼ ਆਊਟ ਕਰਾਈ ਇਹ ਲਫ਼ਜ਼ ਕਿਹਾ ਵੀ ਚੀਖ ਝਾੜਾ ਪਾਉਣਾ, ਹੋ ਹੱਲਾ ਜਿਹੜਾ ਕਿ ਭਾਈ ਮਰ ਗਏ ਮਰ ਗਏ ਮਰ ਗਏ। ਫਿਰ ਅਸੀਂ ਦੇਖਿਆ ਕਿ ਵੀ ਕਿਵੇਂ ਉਹਨਾਂ ਦਾ ਜਿਹੜਾ ਇੱਕ ਗੰਭੀਰ ਕਿਸਮ ਦਾ ਮੀਡੀਆ ਇੱਥੇ ਜਿਹੜਾ ਆਪਣੀ ਸੌਫਟ ਪਾਵਰ, ਗੁਪਚੁਪ ਗ੍ਰੈਵਿਟਾਸ ਜਿਸ ਦਾ ਅਸੀਂ ਜ਼ਿਕਰ ਕੀਤਾ ਸੀ, ਔਰ ਮੈਨੂੰ ਕੱਲ੍ਹ ਜਦੋਂ ਮੈਂ ਗ੍ਰੈਵਿਟਾਸ ਦਾ ਵੀ ਜ਼ਿਕਰ ਕਰ ਰਿਹਾ ਸੀ ਤਾਂ ਮੈਨੂੰ ਖਿਆਲ ਆ ਰਿਹਾ ਸੀ ਕਿ 84 ਤੋਂ ਬਾਅਦ 90ਵਿਆਂ ਦੇ ਵਿੱਚ ਇੱਕ ਇਹਨਾਂ ਨੇ ਇਸ ਕਿਸਮ ਦਾ ਹੀ ਗ੍ਰੈਵਿਟਾਸ ਤਾਂ ਹੁਣ ਆਇਆ, ਇੱਕ ਜਿਹਨੂੰ LK ਅਡਵਾਨੀ ਦੀ ਡਾਟਰ ਜਿਹੜੀ ਹੈ ਉਹ ਰਨ ਕਰਦੀ ਸੀ ਔਰ ਉਹਦਾ ਮੈਨੂੰ ਨਾਂ ਯਾਦ ਆਇਆ ਲੇਟਰ ਕਿ ਪੰਜਾਬ ਡੇਟਲਾਈਨ। ਹੁਣ ਉਦੋਂ ਵੀ 90ਵਿਆਂ 'ਚ ਜਦੋਂ ਮੂਵਮੈਂਟ ਪੰਜਾਬ 'ਚ ਪੂਰੇ ਜ਼ੋਰ ਨਾਲ ਸੀ ਤੇ ਪੰਜਾਬ ਡੇਟਲਾਈਨ ਨਾਂ ਦੇ ਇਸ ਪ੍ਰੋਗਰਾਮ ਰਾਹੀਂ ਜਿਹੜਾ ਬਹੁਤ ਜਿਹੜਾ ਪ੍ਰੋਫੈਸ਼ਨਲ ਸੀ, ਜ਼ਬਰਦਸਤ ਉਹਦੀ ਕਵਰੇਜ ਪੰਜਾਬ 'ਚ ਕਿ ਪਾਪੜ ਕਿੱਥੇ ਬਣਦੇ ਨੇ, ਖਰਾਦ ਦਾ ਕੰਮ ਕਿੱਥੇ ਹੈ, ਪਰ ਅਖੀਰਲੇ 2-4-5 ਮਿੰਟ 'ਚ ਉਹਨਾਂ ਨੇ ਸਾਰੀ ਮੂਵਮੈਂਟ ਨੂੰ ਜਿਹੜਾ ਹੈ
ਉਹ ਦਹਿਸ਼ਤਗਰਦੀ ਔਰ ਮੁਲਕ ਨੂੰ ਤੋੜਨ ਵਾਲੇ ਔਰ ਪਾਕਿਸਤਾਨ ਦੇ ਏਜੰਟ ਇਵੇਂ ਪ੍ਰੈਜ਼ੈਂਟ ਕਰਨਾ ਹੁੰਦਾ ਸੀ। ਸੋ ਇਹਨਾਂ ਦਾ ਰਿਪਬਲਿਕ ਟੀਵੀ ਤਾਂ ਵੈਸੇ ਹੀ ਗਾਲੀ ਗਲੋਚ ਟੀਵੀ ਹੈ, ਅਰਨਾਬ ਗੋਸਵਾਮੀ ਨਾਲ ਜੁੜਿਆ ਹੋਇਆ ਔਰ ਮੋਦੀ ਸਟਾਈਲ ਹੀ ਉਹਨਾਂ ਦਾ ਪ੍ਰਚਾਰ ਹੈ। ਪਰ ਜਦੋਂ ਇਹ ਗ੍ਰੈਵਿਟਾਸ ਔਰ ਦੂਸਰੇ ਉਹਨਾਂ ਦੇ ਮੀਡੀਆ ਨੇ ਵੀ ਇਸ ਸਟੋਰੀ ਨੂੰ ਚੁੱਕਿਆ ਔਰ ਇੱਕਦਮ ਜਿਹੜੇ ਨਿਊਯਾਰਕ ਦੇ ਵਿੱਚ ਕੌਂਸਲ ਜਨਰਲ ਨੇ ਇੰਡੀਆ ਦੇ, ਬੜਾ ਮਜ਼ਾ ਹੋਇਆ, ਇਹ ਵੀ ਡਿਪਲੋਮੈਟ ਹੈ ਪਿਛਲੇ 20 ਸਾਲ ਤੋਂ, ਇਸ ਦਾ ਨਾਂ ਜਿਹੜਾ ਹੈ ਉਹ ਰਣਧੀਰ ਜੈਸਵਾਲ ਹੈ। ਉਹਦੀ ਇੱਕਦਮ 2 ਪੈਰਾਗ੍ਰਾਫ ਦੀ ਪ੍ਰੈਸ ਰਿਲੀਜ਼ ਆ ਗਈ। ਫਿਰ ਇਹ ਵੀ ਖਬਰ ਆਈ ਕਿ ਵੀ ਜੀ 9 ਮਈ ਨੂੰ ਹਾਰਟਫੋਰਡ ਦੇ ਵਿੱਚ ਇੱਕ ਹੋਟਲ 'ਚ ਉਹਨਾਂ ਨੇ ਕੌਂਸਲ ਜਨਰਲ ਨੇ ਜਿਹੜਾ ਆਪਣਾ ਪ੍ਰੋਗਰਾਮ ਰੱਖਿਆ ਕਿ ਜੀ ਜਿਨ੍ਹਾਂ ਨੂੰ ਵੀ ਕੋਈ ਵੀਜ਼ੇ ਦੀ ਤਕਲੀਫ ਹੈ, ਪਾਸਪੋਰਟ ਦੀ ਹੈ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਇਹ ਜਿਹੜਾ ਕਨੈਟੀਕਟ ਦਾ ਜਿਹੜਾ ਨਿਊਯਾਰਕ ਦਾ ਕੌਂਸਲੇਟ ਹੈ, ਇਹ ਕਨੈਟੀਕਟ, ਮੇਨ, ਮੈਸਾਚੂਸੇਟਸ, ਨਿਊ ਹੈਂਪਸ਼ਾਇਰ, ਨਿਊ ਜਰਸੀ, ਨਿਊਯਾਰਕ, ਓਹਾਇਓ, ਪੈਨਸਿਲਵੇਨੀਆ, ਰੋਡ ਆਈਲੈਂਡ ਤੇ ਵਰਮੌਂਟ, ਇਹਨਾਂ ਸਟੇਟਾਂ ਨੂੰ ਕੇਟਰ ਕਰਦਾ ਹੈ, ਇਹਨਾਂ ਦੇ ਜਿਹੜੇ ਵੀ ਇੰਡੀਅਨ ਰੈਜ਼ੀਡੈਂਟਸ ਨੇ। ਸੋ ਬਾਅਦ 'ਚ ਅਸੀਂ ਜਦੋਂ ਕਨਫਰਮ ਕੀਤਾ, ਪਹਿਲਾਂ ਅਸੀਂ ਪਲਾਨ ਕਰ ਰਹੇ ਸੀ ਕਿ ਜੇ 9 ਮਈ ਨੂੰ ਇਹਨਾਂ ਨੇ ਰੱਖਿਆ ਅਸੀਂ ਪੈਰਲਲ ਪ੍ਰੋਟੈਸਟ ਰੱਖੀਏ, ਪਰ ਅਸੀਂ ਜਿਵੇਂ ਕਨਫਰਮ ਕੀਤਾ ਵੀ ਇਹ ਪ੍ਰੋਗਰਾਮ ਉਹਨਾਂ ਦਾ ਪਹਿਲਾਂ ਦਾ ਹੀ ਰੱਖਿਆ ਹੋਇਆ ਸੀ। ਸੋ ਸਾਨੂੰ ਇਹ ਲੱਗਾ ਕਿ ਭਾਈ ਇਹਦੇ 'ਤੇ ਰਿਐਕਟ ਨਹੀਂ ਕਰਨਾ ਚਾਹੀਦਾ, ਪਰ ਇਸ ਤੋਂ ਇੱਕ ਅੰਦਾਜ਼ਾ ਤਾਂ ਜ਼ਰੂਰ ਹੋਇਆ ਕਿ ਵੀ ਇਹਨਾਂ ਦੀ ਜਦੋਂ ਪ੍ਰੈਸ ਰਿਲੀਜ਼ ਆਉਂਦੀ ਹੈ ਇੰਡੀਅਨ ਕੌਂਸਲ ਜਨਰਲ ਦੀ, ਕਿ ਇਹ ਕੁਛ ਨਾ ਕੁਛ ਐਗਰੈਸਿਵਲੀ ਕਰਨਗੇ। ਹੁੰਦਾ ਇਹ ਹੈ ਵੀ ਜਿਹੜੇ ਹੁੰਦੇ ਤਾਂ ਇਹ ਵੀ ਇੱਕ ਬਾਬੂ ਕਿਸਮ ਦੇ ਲੋਕ ਨੇ, ਭਾਵੇਂ ਫੋਰਨ ਸਰਵਿਸ 'ਚ ਜਿਹੜਾ ਇਹਨਾਂ ਦਾ ਇੱਕ ਆਪਣਾ ਸਟੇਟਸ ਹੁੰਦਾ ਹੈ, ਡਿਪਲੋਮੈਟਿਕ ਕਮਿਊਨਿਟੀ ਹੁੰਦੀ ਹੈ, ਪਰ ਜਦੋਂ ਹੀ ਇਹ ਖਬਰ ਉੱਥੇ ਪਹੁੰਚੀ ਹੋਏਗੀ, ਉੱਥੇ ਜਿਹੜੇ ਵੱਡੇ ਬਾਬੂ ਇਹਨਾਂ ਦੇ ਬੈਠੇ ਨੇ, ਉਹਨਾਂ ਨੇ ਇਹਨੂੰ ਖੜਕਾਇਆ ਹੋਣਾ ਕਿ ਤੇਰੀ ਹਦੂਦ ਦੇ ਵਿੱਚ ਕੀ ਹੋ ਰਿਹਾ, ਤੂੰ ਕਿੱਥੇ ਸੁੱਤਾ ਹੋਇਆ ਔਰ ਤੂੰ ਕੀ ਹੈ, ਕਿਉਂ ਨਹੀਂ ਕੁਛ। ਫਿਰ ਜ਼ਾਹਰ ਹੈ ਵੀ ਪਹਿਲਾ ਕੰਮ ਤਾਂ ਉਹਨੇ ਪ੍ਰੈਸ ਰਿਲੀਜ਼ ਦਿੱਤਾ। ਹੁਣ ਦੂਸਰਾ ਇਹ ਸੀ ਕਿ ਵੀ ਉਹਨਾਂ ਨੂੰ ਹੋਣਾ ਵੀ ਫੌਰਨ ਕਾਰਵਾਈ ਪਾਓ ਵੀ ਕੀ ਕੀਤਾ ਜਾਏ। ਹੁਣ ਹਾਰਟਫੋਰਡ ਕੈਪੀਟਲ ਹੈ ਕਨੈਟੀਕਟ ਦੀ, ਔਰ ਇਹ ਦਿਨ ਨੇ ਪਿਛਲੇ 2-3 ਦਿਨ ਤੋਂ ਬਜਟ ਅਪਰੂਵ ਹੋਣ ਲਈ, ਜਿਹੜਾ ਜਦੋਂ ਬਜਟ ਸੈਸ਼ਨ ਹੁੰਦਾ ਇਹਨਾਂ ਦਾ, ਉਦੋਂ ਕਿਸੇ ਕੋਲ ਕੋਈ ਟਾਈਮ ਨਹੀਂ ਹੁੰਦਾ। ਮੈਂ ਈਵਨ US ਕਾਂਗਰਸ ਦੇ ਹਵਾਲੇ ਨਾਲ ਵੀ ਵਾਸ਼ਿੰਗਟਨ DC 'ਚ ਦੇਖਿਆ ਕਿ ਉਦੋਂ ਇੰਨੀਆਂ ਇੰਟੈਂਸ ਡਿਸਕਸ਼ਨਸ ਇਹਨਾਂ ਦੀਆਂ ਚੱਲ ਰਹੀਆਂ ਹੁੰਦੀਆਂ ਕਿ ਉਹਨਾਂ ਦੇ ਘਰ ਦੇ ਵੀ ਆ ਜਾਣ ਤਾਂ 1 ਮਿੰਟ 2 ਮਿੰਟ ਵੀ ਉਹਨਾਂ ਕੋਲ ਦੇਣ ਲਈ ਨਹੀਂ ਹੁੰਦੇ, ਇੰਨਾ ਕੁ ਬਿਜ਼ੀ ਟਾਈਮ ਹੁੰਦਾ ਹੁਣ। ਔਰ ਜਦੋਂ ਤੁਸੀਂ ਆਫੀਸ਼ੀਅਲ ਡਿਗਨਿਟਰੀਜ਼ ਦੀ ਗੱਲ ਕਰਦੇ ਹੋ, ਇੱਕ ਨੋਰਮ ਹੈ, ਅਸੀਂ ਇੱਥੇ ਬਿਨਾਂ ਕਿਸੇ ਨਾਲ ਅਪਾਇੰਟਮੈਂਟ ਬਣਾਏ ਤਾਂ ਜਾ ਕੇ ਵਿੱਚ ਨਹੀਂ ਵੱਜ ਸਕਦੇ, ਲੇਕਿਨ ਕਿੰਨਾ ਪ੍ਰੈਸ਼ਰ ਇਸ ਰਣਧੀਰ ਜੈਸਵਾਲ 'ਤੇ ਹੋਏਗਾ ਜਾਂ ਕਿੰਨਾ ਮਹਾਮੂਰਖ ਹੈ ਇਹ ਕਿ ਇਹਨੇ ਇਹ ਕੀਤਾ ਕਿ ਵੀ ਹਾਂ, ਜੇ ਤੁਹਾਡਾ ਜਿਹੜਾ ਬੰਦਾ ਅਸੈਂਬਲੀ ਜਾਂ ਸੈਨੇਟ 'ਚ ਰਿਪਰੈਜ਼ੈਂਟ ਕਰਦਾ ਹੈ, ਤੁਹਾਡੇ ਹਲਕੇ ਦਾ ਕੋਈ ਜਿਹੜਾ ਅਪਰੋਚ ਕਰੇ ਕਿ ਜੀ ਮੈਂ ਹਾਰਟਫੋਰਡ ਆਇਆ ਹੋਇਆ ਤਾਂ ਮੈਂ ਸਿਰਫ 2 ਮਿੰਟ ਲਈ ਇੱਕ ਗੱਲ ਕਰਨੀ ਚਾਹੁੰਦਾ, ਤੇ ਜਿੰਨਾ ਮਰਜ਼ੀ ਬਿਜ਼ੀ ਜਿਵੇਂ ਚੱਲ ਰਹੇ ਸੀ ਔਰ ਸਪੀਕਰ ਨੇ ਟਾਈਮ ਦੇ ਦਿੱਤਾ, ਇੱਕ ਉਹਨਾਂ ਦੇ ਕੰਸਟੀਚੁਐਂਸੀ ਦਾ ਹੈ। ਔਰ ਇਹ ਐਸੇ ਬੇਈਮਾਨ ਔਰ ਬਿਲਕੁਲ ਇਸ ਦੇ ਖਿਲਾਫ ਅਸੀਂ ਸ਼ਿਕਾਇਤ ਵੀ ਕਰਾਂਗੇ ਕਿ ਭਾਈ ਇਹਨੇ ਪ੍ਰੋਟੋਕੋਲ ਭੰਗ ਕੀਤਾ। ਇਹਨੇ ਹੀ ਉਸ ਜਿਹੜਾ ਰੈਜ਼ੀਡੈਂਟ ਸੀ ਉਸ ਦੀ ਕੰਸਟੀਚੁਐਂਸੀ, ਉਹਦੇ ਤੋਂ ਫੋਨ ਕਰਾਇਆ ਸੀ, ਇਹ ਜਾ ਕੇ ਨਾਲ ਵੜ ਗਿਆ, ਉਹਨੇ ਇੰਟਰੋਡਿਊਸ ਕਰਾਇਆ ਕਿ ਜੀ ਇਹ ਸਾਡੇ ਕੌਂਸਲ ਜਨਰਲ ਨੇ ਮਿਸਟਰ ਰਣਧੀਰ ਜੈਸਵਾਲ। ਔਰ ਇਹ ਗੱਲ ਸਪੀਕਰ ਨੇ ਬਾਅਦ 'ਚ, ਕਿਉਂਕਿ ਸਿੱਖ ਨੁਮਾਇੰਦਿਆਂ ਨੂੰ ਵੀ ਸੀ ਵੀ ਇਹਨਾਂ ਨੇ ਕੁਛ ਨਾ ਕੁਛ ਕਰਨਾ ਹੈ, ਪਰ ਇਸ ਨਾਲੋਂ ਵੀ ਜ਼ਿਆਦਾ ਇਹ ਸੀ ਕਿ ਵੀ ਆਲਰੇਡੀ ਹਾਰਟਫੋਰਡ ਦੀ ਅਸੈਂਬਲੀ ਦੇ ਵਿੱਚ ਦਸਤਾਰ ਨਾਲ ਸੰਬੰਧਿਤ ਜਿਹੜਾ ਬਿੱਲ ਹੈ ਉਹ ਪੇਸ਼ ਹੋਣਾ ਸੀ। ਸੋ ਕੁਦਰਤੀ ਸਿੱਖ ਨੁਮਾਇੰਦੇ ਵੀ ਗਏ ਹੋਏ ਸੀ, ਪਰ ਇਹਨੇ ਜਸਵਾਲ ਨੇ ਪੂਰਾ ਜਿਹੜੀ ਨਫ਼ਰਤ ਹੈ ਕਿ ਤੁਸੀਂ ਇਹ ਕਿਵੇਂ ਡਿਕਲੇਅਰ ਕੀਤਾ 29 ਅਪ੍ਰੈਲ ਨੂੰ ਇੰਡੀਪੈਂਡੈਂਸ ਡੇ, ਸਿੱਖਾਂ ਦਾ ਇੰਟਰਫੀਅਰ ਕਰ ਰਹੇ ਹੋ ਤੁਸੀਂ, ਇਹ ਤਾਂ ਦਹਿਸ਼ਤਗਰਦ ਨੇ, ਇਹ ਤਾਂ ਫਲਾਣੇ ਨੇ, ਔਰ ਇਸੇ ਤਰ੍ਹਾਂ ਜਿਹੜੇ ਹੋਰ ਕਿਸੇ ਨਾਲ ਵੀ ਕੀਤਾ ਹੋਏਗਾ। ਪਰ ਸਪੀਕਰ ਨੇ ਕਨਵੇ ਕੀਤਾ ਕਿ ਵੀ ਕਿਸ ਕਿਸਮ ਦਾ ਇਹ ਘਟੀਆ ਰਾਦਰ ਉਹਨੇ ਸਿੱਖ ਨੁਮਾਇੰਦਿਆਂ ਨੂੰ ਨੇ ਅੱਗੋਂ ਕਹਿ ਕੇ ਦੇਖ ਲਓ ਕਿ ਜੇ ਇਹਨਾਂ ਦਾ ਨੁਮਾਇੰਦਾ ਇੱਥੇ ਬੈਠ ਕੇ ਤੁਹਾਡੇ ਨਾਲ ਆ ਕੇ ਇਸ ਕਿਸਮ ਦੀ ਬਦਕਲਾਮੀ ਦੀ ਹਾਲਤ ਗੱਲਬਾਤ ਕਰਦਾ ਤੇ ਜਿੱਥੇ ਇਹਨਾਂ ਦਾ ਰਾਜ ਹੈ ਉੱਥੇ ਕੀ ਕਰਦੇ ਹੋਣਗੇ। ਹੁਣ ਜ਼ਾਹਰ ਹੈ ਕਿ ਵੀ ਇਹਨਾਂ ਨੇ ਆਪਣੀਆਂ ਇੰਟੈਲੀਜੈਂਸ ਏਜੰਸੀਆਂ ਰੱਖੀਆਂ ਹੋਈਆਂ, ਪਰ ਅਸੀਂ ਇਹਨਾਂ ਦੇ ਉੱਤੇ ਹੁਣ ਉਹਦਾ ਟੌਪ ਆਫ ਇਟ ਹੈ, ਸਾਨੂੰ ਪਤਾ ਹੈ ਕਿ ਵੀ ਇਹਨਾਂ ਦੀ ਜਿਹੜੀ ਹੈ ਉਹ ਕੀ ਪੈੜ ਚਾਲ ਕੀ ਹੈ।
ਹੁਣ ਇੱਕ ਪਾਸੇ ਉਹ ਆਪਣਾ ਜ਼ਹਿਰ ਜਦੋਂ ਉਗਲ ਰਿਹਾ ਸੀ ਔਰ ਉੱਥੋਂ ਉਹ ਰੁਖਸਤ ਉਹਨੇ ਤਾਂ ਕਾਰਵਾਈ ਜਾ ਕੇ ਪਾਈ ਹੋਣੀ, ਜੇ ਮੈਂ ਜਾ ਕੇ ਗਿਆ, ਮੈਂ ਸਪੀਕਰ ਨੂੰ ਇਹ ਕਿਹਾ, ਮੈਂ ਫਲਾਣੇ ਨੂੰ ਇਹ ਕਿਹਾ। ਲੇਕਿਨ ਜਿਹੜਾ ਇੱਕ ਵੱਡਾ ਮਾਰਕ ਆ ਇੱਕ ਹੋਰ ਕਨੈਟੀਕਟ ਦੀ ਹਿਸਟਰੀ 'ਚ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਅਮਰੀਕਾ ਦੇ ਵਿੱਚ ਬੇਸ਼ੱਕ ਜਦੋਂ ਅਸੀਂ ਫਸਟ ਅਮੈਂਡਮੈਂਟ ਦੀ ਗੱਲ ਕਰਦੇ, ਉਹਦੇ ਥੱਲੇ ਆਜ਼ਾਦੀ ਹੈ, ਫਰੀडम ਆਫ ਐਕਸਪ੍ਰੈਸ਼ਨ ਦੀ, ਔਰ ਅਮਰੀਕਾ ਦੀਆਂ ਜੜ੍ਹਾਂ ਦੇ ਵਿੱਚ ਜਿਹੜੀ ਫਰੀडम ਆਫ ਰਿਲੀਜਨ ਹੈ ਉਹ ਲਿਖੀ ਹੋਈ ਹੈ, ਕਿਉਂਕਿ ਪਿਲਗ੍ਰਿਮਸ ਹੀ ਆਏ ਜਿਹੜੇ ਰਿਲੀਜੀਅਸਲੀ ਪਰਸੀਕਿਊਟ ਹੋ ਰਹੇ ਸੀ ਯੂਕੇ ਦੇ ਵਿੱਚ, ਜਿਨ੍ਹਾਂ ਨੇ ਆ ਕੇ ਮੇਫਲਾਵਰ ਸ਼ਿਪ ਰਾਹੀਂ ਆਏ ਔਰ ਅਮਰੀਕਾ ਦੇ ਵਿੱਚ ਜੇ ਨਹੀਂ ਰੱਖਣ ਵਾਲੇ ਨੇ ਉਹ ਲੋਕ ਨੇ। ਇਸ ਲਈ ਇਹਨਾਂ ਦੇ ਸਾਰੇ ਹੀ ਅਦਾਰੇ ਜਿਹੜੇ ਨੇ, ਤੁਸੀਂ ਪੈਰੇਡ ਕਰਨੀ ਹੈ ਗੁਰਦੁਆਰਿਆਂ ਦੇ ਮਾਮਲੇ 'ਚ ਕਿਤੇ ਹੈ ਜਾਂ ਦੂਸਰਾ ਹੈ, ਤੁਹਾਨੂੰ ਉਹਨਾਂ ਨੇ ਨਾਨ ਪ੍ਰੋਫਿਟ ਸਟੇਟਸ ਹੈ, ਉਹ ਬੜੇ ਲਿਬਰਲ ਹੁੰਦੇ ਨੇ, ਕਿਉਂਕਿ ਧਰਮ ਦੇ ਮਾਮਲੇ 'ਚ ਅਮਰੀਕਾ ਨੇ ਜਿਹੜਾ, ਹਾਲਾਂਕਿ ਕਾਨੂੰਨਨ ਅਮਰੀਕਾ 'ਚ ਚਰਚ ਔਰ ਸਟੇਟ ਵੱਖੋ ਵੱਖਰੀ ਹੈ, ਪਰ ਉਹ ਬਹੁਤ ਅਕਮੋਡੇਟਿਵ ਹੁੰਦੇ ਨੇ। ਲੇਕਿਨ ਜਿਹੜੀਆਂ ਇਹਨਾਂ ਦੀਆਂ ਇੰਸਟੀਟਿਊਸ਼ਨਸ ਨੇ ਜਿੱਥੇ ਡਿਸਿਪਲਨ, ਸੇਫਟੀ, ਸਿਕਿਉਰਿਟੀ ਦਾ ਮੁੱਦਾ ਆਉਂਦਾ ਹੈ, ਸੇਫਟੀ ਸਿਕਿਉਰਿਟੀ ਨਾਲ ਕੰਪਰੋਮਾਈਜ਼ ਨਹੀਂ ਕਰਦੇ। ਇਸ ਲਈ ਸੇਫਟੀ ਸਿਕਿਉਰਿਟੀ ਦੇ ਐਂਗਲ ਤੋਂ ਜਿਵੇਂ ਜੇ ਹੈਲਮਟ ਨੇ ਸਿਰਾਂ ਦੇ ਉੱਤੇ, ਜਾਂ ਫੌਜ ਜਾਂ ਪੁਲਿਸ ਜਾਂ ਦੂਜਿਆਂ ਦੀ ਆਪਣੀ ਯੂਨੀਫਾਰਮ ਹੈ, ਫਿਰ ਉਹਨਾਂ ਦੀ ਆਪਣੀ ਹਿਸਟਰੀ ਹੈ ਇਹਨਾਂ ਦੀ 100 ਸਾਲ ਦੀ, ਉਹਦੇ ਨਾਲ ਇਹ ਈਜ਼ੀਲੀ ਕੰਪਰੋਮਾਈਜ਼ ਨਹੀਂ ਕਰਦੇ। ਇਹ ਇੱਕ ਔਖੀ ਪ੍ਰੋਸੈਸ ਹੁੰਦੀ ਹੈ। ਇਹੀ ਕਾਰਨ ਹੈ ਕਿ ਬੇਸ਼ੱਕ ਸਿੱਖਾਂ ਨੇ ਇਸ ਮੁਲਕ 'ਚ ਫਸਟ ਵਰਲਡ ਵਾਰ ਵੇਲੇ 1914 ਤੋਂ 1918 ਤੱਕ, ਸੈਕੰਡ ਵਰਲਡ ਵਾਰ 1939 ਤੋਂ 1945 ਤੱਕ ਦਸਤਾਰ ਨਾਲ ਸਰਵ ਕੀਤਾ। ਫਸਟ ਵਰਲਡ ਵਾਰ ਵੇਲੇ ਡਾਕਟਰ ਭਗਤ ਸਿੰਘ ਥਿੰਦ ਜਿਹੜੇ ਨੇ, ਉਹਨਾਂ ਨੇ ਜਿਹਨੂੰ ਅੱਜ ਪਰਪਲ ਹਾਰਟ ਕਿਹਾ ਜਾਂਦਾ ਹੈ ਅਵਾਰਡ, ਉਹ ਵੀ ਉਹਨਾਂ ਨੇ ਜਿੱਤਿਆ। ਲੇਕਿਨ ਸ਼ਾਇਦ ਲੇਟ 70s ਜਾਂ ਦੂਜੇ ਉਹਨਾਂ ਨੇ ਪਾਬੰਦੀ ਲਾ ਦਿੱਤੀ ਕਿ ਜੀ ਸਟ੍ਰਿਕਟ ਡਿਸਿਪਲਿਨ ਦੇ ਥੱਲੇ ਜਿਹੜੀ ਯੂਨੀਫਾਰਮ ਹੈ, ਸੋ ਜ਼ਾਹਰ ਹੈ ਕਿ ਦਾੜੀ ਰੱਖਣੀ ਜਾਂ ਦਸਤਾਰ ਉਹ ਡਿਸਅਲਾਉ ਹੋਇਆ। ਫਿਰ ਇੱਕ ਲੰਬੀ ਸਟਰਗਲ ਚੱਲੀ ਔਰ ਹੌਲੀ ਹੌਲੀ ਅਸੀਂ ਦੇਖਦੇ ਹਾਂ ਕਿ ਫੌਜ ਦੇ ਵਿੱਚ ਸਿੱਖਾਂ ਨੇ ਉਸ ਹੱਕ ਨੂੰ ਜਿੱਤਿਆ। ਪਰ ਕਿਉਂਕਿ ਇੱਥੇ ਨਹੀਂ ਹੈ ਕਿ ਜਿਹੜੀ ਚੀਜ਼ ਫੈਡਰਲੀ ਆ ਗਈ ਉਹ ਸਟੇਟਾਂ, ਕਿਉਂਕਿ ਸਟੇਟਾਂ ਦੀ ਇੱਕ ਆਪਣੀ ਕਿਸਮ ਦੀ ਇੰਡੀਪੈਂਡੈਂਸ ਹੈ, ਔਰ ਜਿਹੜੀ ਸਟੇਟ ਪੁਲਿਸ ਹੈ ਉਹ ਆਪਣੇ ਉਹਨਾਂ ਦੇ ਰੂਲਸ ਐਂਡ ਰੈਗੂਲੇਸ਼ਨਸ ਨੇ, ਉਹ ਫੈਡਰਲ ਦੇ ਥੱਲੇ ਨਹੀਂ ਆਉਂਦੇ। ਇਸੇ ਤਰ੍ਹਾਂ ਫਿਰ ਜਿਹੜੇ ਸ਼ਹਿਰ ਚਲੇ ਜਾਂਦੇ ਨੇ, ਜਿਵੇਂ ਨਾਰਵਿਚ ਹੈ ਜਾਂ ਹਾਰਟਫੋਰਡ ਹੈ, ਜਾਂ ਉਹਨਾਂ ਦੀ ਆਪਣੀ ਸਿਟੀ ਪੁਲਿਸ ਹੈ, ਉਹਨਾਂ ਦਾ ਆਪਣੇ ਕਾਇਦੇ ਕਾਨੂੰਨ ਨੇ। ਸੋ ਇਹ ਜਦੋਂ ਮਿਲਟਰੀ ਤੋਂ ਬਾਅਦ ਦੂਸਰੀ ਵੱਡੀ ਪ੍ਰਾਪਤੀ, ਬੇਸ਼ੱਕ LA ਦੇ ਵਿੱਚ ਸਿੱਖ ਪੁਲਿਸ ਦੇ ਵਿੱਚ ਆਪਣੀ ਯੂਨੀਫਾਰਮ ਨਾਲ ਆਏ, ਪਰ ਇਹ ਕ੍ਰੈਡਿਟ ਜਦੋਂ ਅਸੀਂ ਨਿਊਯਾਰਕ ਦੇ ਮੇਅਰ ਦੀ ਗੱਲ ਕਰਦੇ ਹਾਂ, ਬਿਲ ਬਲੈਸੀਓ ਦੀ, ਉਹਨੂੰ ਜਾਂਦਾ ਹੈ, ਕਿਉਂਕਿ ਨਿਊਯਾਰਕ ਦੀ ਜਿਹੜੀ ਪੁਲਿਸ ਫੋਰਸ ਹੈ ਬਹੁਤ ਸਟੈਂਡਰਡ ਔਰ ਆਫ ਕੁਆਲਿਟੀ ਮੰਨੀ ਜਾਂਦੀ ਹੈ। ਹਜ਼ਾਰਾਂ ਇੰਪਲਾਈ ਨੇ, ਆਬਾਦੀ ਵੀ ਤੁਸੀਂ ਦੇਖੋ ਵੀ ਵੱਡੇ ਮੁਲਕ ਨਾਲੋਂ ਵੀ ਕਿਸੇ ਨਾਲੋਂ ਵੱਡਾ ਹੈ। ਔਰ ਬਿਲ ਬਲੈਸੀਓ ਦੇ ਪੀਰੀਅਡ 'ਚ ਦਸਤਾਰ ਔਰ ਦਾੜੀ ਦੇ ਨਾਲ ਨਿਊਯਾਰਕ ਪੁਲਿਸ ਫੋਰਸ ਦੇ ਵਿੱਚ ਸਰਵ ਕਰਨ ਦਾ ਹੱਕ ਸਿੱਖਾਂ ਨੂੰ ਮਿਲਿਆ। ਔਰ ਅੱਜ ਇੱਕ ਅੰਦਾਜ਼ੇ ਮੁਤਾਬਕ 150 ਤੋਂ 200 ਤੱਕ ਜਿਹੜੇ ਸਿੱਖ ਨੇ ਉਹ ਨਿਊਯਾਰਕ ਪੁਲਿਸ ਦੇ ਵਿੱਚ ਸਰਵ ਕਰਦੇ ਨੇ ਆਪਣੀ ਦਸਤਾਰ ਦੇ ਨਾਲ। ਔਰ ਉਹਦਾ ਇਹ ਵੀ ਹੋਇਆ ਕਿਉਂਕਿ ਨਿਊਯਾਰਕ ਵੀ ਇੱਕ ਕਿਸਮ ਦਾ ਸਟੈਂਡਰਡ ਹੈ, ਹਾਲਾਂ ਲੜਾਈ ਕੱਲੀ ਸਟੇਟ 'ਚ ਹੀ ਲੜਨੀ ਪੈਂਦੀ ਹੈ। ਸੋ ਉਹਦੇ ਥੱਲੇ ਫਿਰ ਇਹ ਸ਼ੁਰੂ ਹੋ ਗਿਆ ਕਿ ਭਾਈ ਹਰ ਥਾਂ 'ਤੇ ਤੁਸੀਂ ਆਪਣਾ ਜਿਹੜਾ ਇਸ ਹੱਕ ਨੂੰ ਲਓ। ਸੋ ਸਟੇਟ ਆਫ ਕਨੈਟੀਕਟ ਦੇ ਵਿੱਚ ਇਸ ਮੁੱਦੇ ਦੇ ਉੱਤੇ ਲੌਬੀ ਚੱਲ ਰਹੀ ਸੀ ਕਿ ਸਟੇਟ ਪੁਲਿਸ ਦੇ ਵਿੱਚ ਜਿਹੜਾ ਉਹ ਸਿੱਖਾਂ ਨੂੰ ਦਸਤਾਰ ਨਾਲ ਸਰਵ ਕਰਨ ਦਾ ਹੋਏ। ਔਰ ਉਸ ਦੇ ਉੱਤੇ ਆਲਰੇਡੀ ਜਿਹੜੀ ਹੈ ਇੱਕ ਪ੍ਰੋਸੈਸ ਹੁੰਦਾ ਹੈ, ਬਿੱਲ ਪੇਸ਼ ਕੀਤਾ ਜਾਂਦਾ ਹੈ, ਫਿਰ ਪਬਲਿਕ ਸੇਫਟੀ ਐਂਡ ਸਿਕਿਉਰਿਟੀ ਕੌਂਸਲ ਉਹ ਦੇਖਦੀ ਹੈ ਕਿ ਭਾਈ ਇਹਦੇ ਨਾਲ ਜਿਹੜਾ ਸਿਕਿਉਰਿਟੀ ਦਾ ਪੈਮਾਨਾ ਹੈ ਉਹਦੇ ਨਾਲ ਕੋਈ ਕੰਪਰੋਮਾਈਜ਼ ਤਾਂ ਨਹੀਂ ਹੁੰਦਾ। ਔਰ ਇਸ ਸਭ ਦੇ ਚੱਲਦਿਆਂ ਫਿਰ ਜੇ ਸੈਨੇਟ ਨੂੰ ਪਾਸ ਕਰਦੀ ਹੈ, ਫਿਰ ਸਟੇਟ ਅਸੈਂਬਲੀ ਦੇ ਕੋਲ ਇਹ ਆਉਂਦਾ ਹੈ, ਸਟੇਟ ਅਸੈਂਬਲੀ 'ਚ ਡਿਸਕਸ ਹੁੰਦਾ ਹੈ, ਫਿਰ ਉਹਨੂੰ ਜਿਹੜਾ ਫਾਈਨਲੀ ਗਵਰਨਰ ਦੇ ਕੋਲ ਜਾਂਦਾ ਹੈ। ਕਿਉਂਕਿ ਜੇ ਅਸੈਂਬਲੀ ਔਰ ਸੈਨੇਟ ਪਾਸ ਵੀ ਕਰਦੇ, ਗਵਰਨਰ ਕੋਲ ਵੀਟੋ ਹੁੰਦੀ ਹੈ, ਉਹਦੇ ਕੋਲ ਰਾਈਟ ਹੁੰਦਾ ਹੈ ਕਿ ਉਹਨੂੰ ਅਨਡੂ ਕਰ ਸਕਦਾ ਹੈ। ਸੋ ਇਹ ਅਸੀਂ ਕੈਲੀਫੋਰਨੀਆ ਦੇ ਮਾਮਲੇ 'ਚ ਦੇਖਿਆ ਜਿੱਥੇ ਕਿਰਪਾਨ ਪਹਿਨਣ ਦਾ ਹੱਕ ਅਸੈਂਬਲੀ ਔਰ ਸੈਨੇਟ ਨੇ ਦਿੱਤਾ ਹੈ, ਪੰਜਵਾਂ ਕਕਾਰ, ਲੇਕਿਨ ਗਵਰਨਰ ਨੇ ਉਹਨੂੰ ਵੀਟੋ ਕਰਤਾ ਸੀ। ਕਾਫੀ ਪੁਰਾਣੀ ਗੱਲ ਹੈ। ਹੁਣ ਅਸੀਂ ਇਹ ਜਿਹੜੀ ਕਨੈਟੀਕਟ ਦੀ ਇੱਕ ਹੋਰ ਸਕਸੈਸ ਜਿਸ ਨੂੰ ਕਹਿੰਦੇ ਨੇ ਕਿ ਭਾਈ
ਉਹ ਇਹਨਾਂ ਦੇ ਉੱਤੇ ਤਾਂ ਅਜੇ ਉਸ ਸਦਮੇ 'ਚੋਂ ਹੀ ਨਹੀਂ ਸੀ ਉਭਰੇ ਕਿ ਭਾਈ ਇਹ ਸਿੱਖ ਇੰਡੀਪੈਂਡੈਂਸ ਡੇ ਨੂੰ ਮਾਨਤਾ ਦੇ ਦਿੱਤੀ ਔਰ ਇਹ ਤਾਂ ਭਾਰਤ ਦਾ ਤੁਸੀਂ ਮੀਡੀਆ ਦੇਖੋ ਜਾਂ ਕਿਵੇਂ ਹੈ, ਉਹ ਤਾਂ ਇਹ ਧਮਕੀਆਂ ਦੇ ਰਹੇ ਨੇ ਕਿ ਵੀ ਅਸੀਂ ਰਾਜਸਥਾਨ ਅਸੈਂਬਲੀ ਸਾਡੀ ਇਹ ਪਾਸ ਕਰ ਦੇ ਕਿ ਅਸੀਂ ਟੈਕਸਾਸ ਨੂੰ ਮੈਕਸੀਕੋ ਦਾ ਹਿੱਸਾ ਮੰਨਦੇ ਹਾਂ। ਅਸੀਂ ਕਿਹਾ ਜੀ ਕਰੋ ਜੀ, ਸ਼੍ਰੀ ਗਣੇਸ਼ ਕਰੋ, ਸ਼੍ਰੀ ਗਣੇਸ਼ ਕਰੋ, ਇਸ ਨੂੰ ਜ਼ਰੂਰ ਕਰੋ ਤੁਸੀਂ। ਇਹ ਵਾਕਈ ਅਮਰੀਕਾ ਨੂੰ ਕੀ ਹੱਕ ਹੈ ਕਿ ਉਹ ਸਿੱਖਾਂ ਦੀ ਆਜ਼ਾਦੀ ਦੇਣ ਨੂੰ ਕਰੇ? ਤੁਸੀਂ ਇਹ ਮਤਾ ਪਾਸ ਕਰਕੇ ਤੁਸੀਂ ਟੈਕਸਾਸ ਨੂੰ ਜਰਾ ਰਲਾਓ ਮੈਕਸੀਕੋ ਦੇ ਨਾਲ। ਹੁਣ ਅਸੀਂ ਇਹ ਜਿਹੜਾ ਦਸਤਾਰ ਬਿੱਲ, ਜਿਹੜਾ ਜਦੋਂ ਤੁਸੀਂ ਕੋਈ ਵੀ ਬਿੱਲ ਪੇਸ਼ ਹੁੰਦਾ ਹੈ ਉਸ ਦਾ ਨੰਬਰ ਹੁੰਦਾ ਹੈ SB ਬਿੱਲ ਨੰਬਰ 133 ਹੈ ਔਰ ਇਹ ਪਹਿਲਾਂ ਸੈਨੇਟ ਦੇ ਵਿੱਚ ਪੇਸ਼ ਹੋਇਆ ਔਰ ਟੋਟਲ ਜਿਹੜੀ ਨੇ, ਕਿਉਂਕਿ ਇੱਕ ਗੱਲ ਦਾ ਧਿਆਨ ਰਹੇ, ਜਿਵੇਂ ਫੈਡਰਲ ਦੇ ਵਿੱਚ ਵਾਸ਼ਿੰਗਟਨ DC 'ਚ US ਕਾਂਗਰਸ ਹੈ, ਹਾਊਸ ਆਫ ਰਿਪਰੈਜ਼ੈਂਟੇਟਿਵਸ ਜਿਹਨਾਂ ਨੂੰ ਅਸੀਂ ਕਾਂਗਰਸਮੈਨ ਕਹਿੰਦੇ ਹਾਂ, ਔਰ ਸੈਨੇਟਰ ਨੇ, ਉਹ ਹਰ ਸਟੇਟ 'ਚੋਂ ਦੋ ਦੋ ਨੇ। ਇਵੇਂ ਜਿੰਨੀਆਂ ਅਮਰੀਕਾ ਦੀਆਂ ਸਟੇਟਾਂ ਨੇ ਉਹਨਾਂ ਦੀ ਆਪਣੀ ਅਸੈਂਬਲੀ ਹੈ ਤੇ ਆਪਣੀ ਸੈਨੇਟ ਵੀ ਹੈ, ਔਰ ਉਹ ਸਟੇਟ ਸੈਨੇਟਰ ਉਹਨਾਂ ਨੂੰ ਕਹਿੰਦੇ ਨੇ। ਇੱਕ ਫੈਡਰਲ ਸੈਨੇਟਰ ਨੇ ਔਰ ਇੱਕ ਸਟੇਟ ਸੈਨੇਟਰ ਨੇ। ਸੋ ਇਹ ਜਦੋਂ ਸਟੇਟ ਸੈਨੇਟ ਦੇ ਵਿੱਚ ਪੇਸ਼ ਹੋਇਆ ਬਿੱਲ ਔਰ ਸੈਨੇਟ ਦੇ ਵਿੱਚ 36 ਸੈਨੇਟਰ ਨੇ ਕਨੈਟੀਕਟ ਸਟੇਟ ਦੇ, 36 ਚੋਂ 35 ਸੈਨੇਟਰਸ ਨੇ ਇਸ ਦੇ ਹੱਕ 'ਚ ਵੋਟ ਪਾਈ, ਇੱਕ ਖਿਲਾਫਤ ਸੀ। ਔਰ ਸਭ ਤੋਂ ਪਾਵਰਫੁਲ ਟੈਸਟੀਮਨੀ, ਕਿਉਂਕਿ ਸੈਨੇਟ ਦੇ ਵਿੱਚ ਜਾਣ ਤੋਂ ਪਹਿਲਾਂ VOTING ਦੇ ਜਦੋਂ ਪਬਲਿਕ ਸੇਫਟੀ ਐਂਡ ਸਿਕਿਉਰਿਟੀ ਕੌਂਸਲ ਦੇ ਸਾਹਮਣੇ ਪੇਸ਼ ਹੋਇਆ ਤੇ ਇਸ ਦੇ ਹੱਕ ਦੇ ਵਿੱਚ ਕਿ ਭਾਈ ਇਹ ਹੱਕ ਹੈਡ ਕਵਰਿੰਗ ਦਾ ਮਿਲਣਾ ਚਾਹੀਦਾ ਹੈ, ਇਸ ਦੇ ਵਿੱਚ ਜਿਹੜਾ ਮੈਜੋਰਿਟੀ ਲੀਡਰ ਹੈ ਸੈਨੇਟ ਦੇ ਵਿੱਚ ਮਿਸਟਰ ਬੌਬ ਡਫ, ਉਹਨੇ ਟੈਸਟੀਫਾਈ ਕੀਤਾ। ਉਹਨਾਂ ਦੀ ਲੰਬੀ ਚੌੜੀ ਟੈਸਟੀਮਨੀ ਹੈ, ਪਰ ਮੈਂ ਜਿਹੜੀ ਗੱਲ ਉਹਨਾਂ ਨੇ ਕਹੀ ਆਪਣੀ ਟੈਸਟੀਮਨੀ ਦੇ ਵਿੱਚ ਕਿ ਵੀ ਦਾ ਸਿੱਖ ਰਿਲੀਜਨ ਰਿਕੁਆਇਰਸ ਐਡਹਰੈਂਸ ਟੂ ਕੀਪ ਦੇਅਰ ਹੈਡ ਕਵਰਡ, ਦਿਸ ਬਿੱਲ ਅਲਾਉਸ ਸਿੱਖਸ ਟੂ ਵੇਅਰ ਦ ਟਰਬਨ ਐਜ਼ ਪਾਰਟ ਆਫ ਦੇਅਰ ਯੂਨੀਫਾਰਮ, ਕਿ ਭਾਈ ਸਿੱਖ ਆਪਣਾ ਸਿਰ ਨੰਗਾ ਨਹੀਂ ਰੱਖ ਸਕਦੇ, ਉਹਨਾਂ ਦਾ ਧਰਮ ਇਹ ਕਹਿੰਦਾ ਹੈ ਕਿ ਉਹਨਾਂ ਨੂੰ ਉਹ ਦਸਤਾਰ ਬੰਨਣ ਔਰ ਇਹ ਬਿੱਲ ਉਹਨੂੰ ਅਲਾਉ ਕਰਦਾ। ਫਿਰ ਸੈਨੇਟਰ ਡਫ ਨੇ ਕਿਹਾ many police departments in the United States and the United States military already have policies in place to allow Sikhs to wear a turban as a part of their uniform, कि बहुत सारी स्टेटां ने पहला ही अलाउ किया है। In 2020 the United States Military Academy at West Point saw its first Sikh graduate, फौज का भी उन्होंने हवाला दिता है कि भाई पहला सिख ग्रेजुएट 2020 च आया। Connecticut is home to a thriving Sikh community and they believe in service to their fellow citizens, कि इत्थे सिख कम्युनिटी तेज़ी नाल वध रही है और वो अपने मज़हब का हिस्सा समझते हैं कि अपने शहरियां दी जिहड़ी है सेवा करना, उन्हां दी हिफाजत करना। They should be allowed to serve their state, their cities and their towns and not have to break their religious practice to do so, कि उन्हां नूं मौका दिता जाए कि वो अपनी स्टेट, अपने शहर, अपने मुल्क नूं सर्व करन। उन्हां नूं इस लई मजबूर ना किया जाए कि वो अपने धर्म दीयां पाबंदियां छड्डण। फिर उन्हें कहा आई थैंक द कमेटी फॉर योर टाइम, और जिवें एक रिचुअल हुंदा है थैंक यू करन दा। और इस मौके दे उत्ते जिहड़ियां 2-3 टैस्टीमनीज़ होईयां, उन्हां च सर सुरनजीत सिंह खालसा जिहड़े इस वेले कौंसलमैन भी ने नॉर्विच सिटी दे, उन्हां दी टैस्टीमनी उहदे च उन्हां ने पूरी डिटेल दे विच कि किवें सिख धर्म दुनिया का 5वां वड्डा धर्म है, किवें उन्हां ने कंट्रीब्यूट किया। ईवन कनैटिकट स्टेट दे विच पिछले 50 साल तो सिख इत्थे रह रहे ने, 5 गुरुद्वारे ने कनैटिकट स्टेट दे विच। फिर उन्होंने कहा भी टर्बन जिन्हों असी दस्तार कहते हैं, दिस इज़ एन इंटैगरल पार्ट ऑफ द सिख फेथ दैट सिग्निफाइज ए कमिटमेंट टू अपहोल्ड डिगनिटी, फ्रीडम, सोशल जस्टिस एंड इक्वालिटी फॉर ऑल, कि साडी पग जिहड़ी है ये इन्हां 4 चीज़ां नूं, डिगनिटी नूं, स्वैमान नूं, आज़ादी नूं और सोशल जस्टिस, सब दे लई इंसाफ और इक्वालिटी फॉर ऑल, क्योंकि असी इन्हां वैल्यूज़ दे धारनी है। फिर उन्होंने 9/11 का जिक्र किया कि भी उस तो बाद किवें साडी दस्तार करके हज़ारां केसिस हेट क्राइम दे सिखां दे खिलाफ होए। फिर उन्होंने जिहड़ा न्यूयॉर्क पुलिस डिपार्टमेंट की गल की कि किवें उन्होंने अलाउ किया पग नाल, और इस वेले सैकड़े सिख सफर जिहड़े ने वो सर्व कर रहे हैं। फिर इस टैस्टीमनी दे विच भी, क्योंकि ये एक आर्टिकुलेशन का आर्ट है वीर सुरनजीत सिंह होरां कोल, कि टैस्टीमनी तो दस्तार तो हो रही सी, पर नाल दी नाल उन्होंने ये कहा
Again, I am very proud to call Connecticut my home, as state of Connecticut is of the few states like California, Pennsylvania, New Jersey, who have felt the pain of Sikh nation and also recognized November 1st as Sikh Genocide Remembrance Day at state level, despite of Indian diplomats' effort to sabotage that bill and try to interfere with our state legislation process with misinformation. उन्होंने कहा जी मैं कनेटिकट का वासी होने के नाते शुक्रगुजार है कि स्टेट ऑफ कनेटिकट ने पेंसिल्वेनिया और न्यू जर्सी वांग नवंबर 80 सिखां की पीड़ ਨੂੰ ਸਮਝਿਆ ਔਰ ਨਵੰਬਰ ਨੂੰ ਜਿਹੜਾ ਉਹਨਾਂ ਨੇ ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ ਦੇ ਤੌਰ ਤੇ ਪਹਿਲੇ ਨਵੰਬਰ ਨੂੰ ਰੈਕਗਨਾਈਜ਼ ਕੀਤਾ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਜਿਹੜਾ ਹੈ ਉਹਨਾਂ ਨੇ ਵਰਲਡ ਸਿੱਖ ਪਾਰਲੀਮੈਂਟ ਔਰ ਦੂਸਰੇ ਦਾ ਵੀ ਜ਼ਿਕਰ ਕੀਤਾ ਸੋ ਉਹਨਾਂ ਦੀ ਇੱਕ ਟੈਸਟੀਮਨੀ ਵੀ ਸੀ ਪਬਲਿਕ ਸੇਫਟੀ ਇੱਕ ਟੈਸਟੀਮਨੀ ਜਿਹੜੀ ਕਿ ਮਹਿੰਦਰ ਸਿੰਘ ਕਲਸੀ ਉਹਨਾਂ ਨੇ ਜਿਹੜੇ ਇੰਜੀਨੀਅਰ ਨੇ ਔਰ ਸਟੇਟ ਆਫ ਕਨੈਟੀਕਟ 'ਚ ਰਹਿੰਦੇ ਨੇ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਕਿਵੇਂ ਸਿੱਖਾਂ ਨੇ ਇਸ ਮੁਲਕ 'ਚ ਡਿਫਰੈਂਟ ਪੋਜੀਸ਼ਨਸ ਡਾਕਟਰਸ ਇੰਜੀਨੀਅਰਸ ਉਸ ਦੇ ਤੌਰ ਦੇ ਉੱਤੇ ਸਰਵ ਕੀਤਾ ਔਰ ਉਹਨਾਂ ਨੇ ਈਵਨ ਕਨੈਟੀਕਟ ਦੀ ਇੱਕ ਸਿਟੀ ਦਾ ਹਵਾਲਾ ਦਿੱਤਾ ਟੰਬਲ ਜਿਵੇਂ ਮੈਂ ਕਿਹਾ ਕਿ ਇੱਥੇ ਜਿਹੜੀ ਸਿਟੀ ਪੁਲਿਸ ਹੈ ਉਹਦੇ ਆਪਣੇ ਰੂਲ ਰੈਗੂਲੇਸ਼ਨ ਹੁੰਦੇ ਨੇ ਉਹਨਾਂ ਨੇ ਕਿਹਾ ਵੀ ਟਰੰਬਲ ਸ਼ਹਿਰ ਨੇ ਹੈਜ਼ ਟੇਕਨ ਦਾ ਲੀਡ ਟੂ ਰਿਕਰੂਟ ਏ ਸਿੱਖ ਜੈਂਟਲਮੈਨ ਐਜ਼ ਏ ਮੈਂਬਰ ਆਫ ਦੇਅਰ ਪੁਲਿਸ ਫੋਰਸ ਕਿ ਇਕੱਲਾ ਨਿਊਯਾਰਕ ਨਹੀਂ ਈਵਨ ਸਾਡੇ ਸਟੇਟ ਦੇ ਸ਼ਹਿਰ ਦੇ ਵਿੱਚ ਵੀ ਔਰ ਇਸ ਸਾਰੇ ਦੇ ਨਾਲ ਉਹਨਾਂ ਨੇ ਸੈਨੇਟਰ ਬੌਬ ਡਫ ਦਾ ਵੀ ਸ਼ੁਕਰੀਆ ਅਦਾ ਕੀਤਾ ਹੁਣ ਇਹ ਸਾਰੀ ਕਿਉਂਕਿ ਜਿਵੇਂ ਮੈਂ ਕਿਹਾ ਵੀ ਇਹ ਸੈਨੇਟ ਦੇ ਵਿੱਚ ਆਲਰੇਡੀ ਪਾਸ ਹੋ ਗਿਆ ਸੀ 36 ਸੈਨੇਟਰਸ ਚੋਂ 35 ਨੇ ਇਹਦੇ ਹੱਕ 'ਚ ਵੋਟ ਪਾਈ ਔਰ ਕਨੈਟੀਕਟ ਸਟੇਟ ਅਸੈਂਬਲੀ ਦੇ ਵਿੱਚ ਕੱਲ ਪੇਸ਼ ਹੋਇਆ ਕਿਉਂਕਿ ਸੈਨੇਟ ਤੋਂ ਬਾਅਦ ਇਹ ਸਟੇਟ ਅਸੈਂਬਲੀ 'ਚ ਹੋਇਆ ਔਰ ਇਹ ਉਸ ਵੇਲੇ ਹੋਇਆ ਜਦੋਂ ਕਿ ਰਣਧੀਰ ਜੈਸਵਾਲ ਉੱਥੇ ਜਾ ਕੇ ਜਿਹੜਾ ਉਹ ਆਪਣਾ ਅੰਦਰਲਾ ਜ਼ਹਿਰ ਦੱਸ ਰਿਹਾ ਸੀ ਸਪੀਕਰ ਨੂੰ ਔਰ ਦੂਸਰੇ ਨੂੰ ਔਰ ਉਹ ਪ੍ਰਿਜ਼ਾਈਡ ਕਰ ਰਹੇ ਸੀ ਔਰ ਇਹ ਇੱਕ ਖੁਸ਼ੀ ਔਰ ਮਾਣ ਵਾਲੀ ਗੱਲ ਹੈ ਕਿ ਇਹ ਜਿਹੜਾ SB ਬਿੱਲ ਨੰਬਰ 133 ਹੈ ਬੀਤੇ ਕੱਲ ਕਨੈਟੀਕਟ ਦੀ ਅਸੈਂਬਲੀ ਦੇ ਵਿੱਚ ਯੂਨੈਨਿਮਸਲੀ ਸੈਨੇਟ ਦੇ ਵਿੱਚ ਤਾਂ ਫਿਰ ਵੀ ਇੱਕ ਪਤਾ ਨਹੀਂ ਉਹਨੇ ਕਿਉਂ ਵਿਰੋਧ ਵੋਟ ਪਾਈ ਉਹਦੇ ਕੋਲ ਆਪਣੇ ਰੀਜ਼ਨ ਹੋਣਗੇ ਲੇਕਿਨ ਸਟੇਟ ਅਸੈਂਬਲੀ ਦੇ ਵਿੱਚ ਕਨੈਟੀਕਟ ਦੇ ਵਿੱਚ ਯੂਨੈਨਿਮਸਲੀ ਕੱਲ ਇਹ ਬਿੱਲ ਜਿਹੜਾ ਹੈ ਉਹ ਪਾਸ ਹੋਇਆ ਸੋ ਅਸੀਂ ਕਨੈਟੀਕਟ ਸਟੇਟ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਇਸ ਤੋਂ ਵਧੀਆ ਜਵਾਬ ਇੰਡੀਅਨ ਸਿਸਟਮ ਨੂੰ ਹੋਰ ਕੀ ਹੋ ਸਕਦਾ ਹੈ ਕਿ ਭਾਈ ਤੁਸੀਂ ਨਫ਼ਰਤਾਂ ਔਰ ਵੈਰੀਪੁਣੇ ਦੀਆਂ ਸਾਰੀਆਂ ਹੱਦਾਂ ਲੰਘੀਆਂ ਹੋਈਆਂ ਨੇ ਪਰ ਇਧਰ ਵੀ ਫਿਰ ਗੁਰੂ ਕਾ ਖਾਲਸਾ ਹੈ ਤੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਥਾਂ ਰੱਛਿਆ ਰਿਆਇਤ ਇਹਨਾਂ ਨੂੰ ਭੁੱਲ ਜਾਂਦਾ ਹੈ ਕਿ ਖਾਲਸੇ ਦੇ ਸਿਰ ਤੇ ਅਕਾਲ ਪੁਰਖ ਦੀ ਰੱਛਿਆ ਹੈ ਪ੍ਰੋਟੈਕਸ਼ਨ ਹੈ ਰਿਆਇਤ ਹੈ ਔਰ ਜਿਹੜੀ ਖਾਲਸੇ ਦੀ ਵਿਲ ਹੈ ਉਹ ਇਨਡੋਮੀਟੇਬਲ ਹੈ ਅਨਕੰਕਰੇਬਲ ਹੈ ਇਨਵਿੰਸੀਬਲ ਹੈ ਔਰ ਜਿੰਨੀ ਜਲਦੀ ਇਹ ਹਿੰਦੂਤਵੀ ਹਾਕਮ ਇਸ ਗੱਲ ਨੂੰ ਸਮਝ ਲੈਣਗੇ ਸਮਝ ਆਣਗੇ ਉਨਾ ਇਹਨਾਂ ਦੇ ਲਈ ਸੌਖਾ ਹੋਏਗਾ ਅਦਰਵਾਈਜ਼ ਇਹ ਆਪਣੀਆਂ ਨਫ਼ਰਤਾਂ ਫੈਲਾਉਂਦੇ ਰਹਿਣ ਅਸੀਂ ਆਪਣੇ ਪਿਆਰ ਦਾ ਜਿਹੜਾ ਪ੍ਰਗਟਾਵਾ ਹੈ ਔਰ ਪਿਆਰ ਸੇਵਾ ਔਰ ਇਨਸਾਨੀਅਤ ਦੇ ਲਈ ਸਾਡਾ ਆਪਣਾ ਆਪਾ ਕੁਰਬਾਨ ਇਹ ਵੈਲਿਊਜ਼ ਸਿੱਖਾਂ ਨੇ ਆਲਰੇਡੀ ਦੁਨੀਆ ਦੇ ਕੋਨੇ-ਕੋਨੇ 'ਚ ਪਹੁੰਚਾ ਦਿੱਤੀਆਂ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ ਔਰ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City New York 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸ ਤਰ੍ਹਾਂ ਹੀ ਬਣੇ ਰਹਿਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ